पंजाब ਲਈ पंजाबियत ਲਈ। केजरीवाल मुर्दाबाद, केजरीवाल मुर्दाबाद, बंदी सिंह रिहा करो, रिहा करो, बंदी सिंह 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 रिहा करो। केजरीवाल सिख विरोधी है, केजरीवाल सिख विरोधी है। ਸ਼ਲਾਘਾਯੋਗ ਸੰਗਤ ਜੋ ਇੱਥੇ ਪਹੁੰਚੀ ਹੈ, ਜੋ ਪੰਥ ਤਰਦੀ ਨੇ, ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਾਗੋ ਪਾਰਟੀ ਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆ ਤੇ ਉਹਦੇ ਵਿੱਚ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਵੀ ਨਾਲ ਇਨਵੋਲਵ ਹੋਇਆ ਤਾਂ ਕਿ ਇਸ ਨੂੰ ਆਪਾਂ ਪੰਜਾਬ ਤੱਕ ਜਾ ਕੇ ਆਵਾਜ਼ ਚੁੱਕੀ, ਲੋਕਾਂ ਨੂੰ ਜਗਾਇਆ ਕਿ ਭਾਈ ਸਾਡੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦਾ ਹੱਲ ਕਰੋ, ਉਹਨਾਂ ਦਾ ਹਨਨ ਨਾ ਕਰੋ। ਤੇ ਪੰਜਾਬ 'ਚ ਜਾ ਕੇ ਆਵਾਜ਼ ਚੁੱਕੀ। ਉਸ ਤੋਂ ਬਾਅਦ ਅਸੀਂ ਕਈ ਕਾਨਫਰੰਸਾਂ ਕੀਤੀਆਂ ਗੁਰਦੁਆਰਾ ਕਾਬਗੰਜ ਸਾਹਿਬ ਵਿਖੇ, ਪਰ ਕੇਜਰੀਵਾਲ ਦੇ ਕੰਨ ਤੇ ਜੂ ਨਹੀਂ ਸਰਕੀ। ਅੱਜ ਸਾਨੂੰ ਇੱਥੇ ਸਾਹਮਣੇ ਵਿਧਾਨ ਸਭਾ ਹੈ ਤੇ ਨਾਲ ਹੀ ਕੇਜਰੀਵਾਲ ਦੀ ਕੋਠੀ ਆ, ਇਹਦੇ ਕੰਨਾਂ ਦੇ ਲਾਗੇ ਆ ਕੇ ਗੱਲ ਕਰ ਰਹੇ ਆ ਤਾਂ ਕਿ ਭਾਈ ਜੋ ਤੁਸੀਂ ਕੱਲ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਕੀਤੀ ਆ ਪਰਸੋਂ, ਉਹਦੇ ਵਿੱਚ ਤੁਸੀਂ ਕਹਿੰਦੇ ਹੋ ਜੀ ਸੈਂਟਰ ਸਰਕਾਰ ਦਾ ਰੋਲ ਹੈ ਇਹਦੇ 'ਚ, ਉਹ ਹੋਣ ਨਹੀਂ ਦੇ ਰਹੇ। ਅਗਰ ਤੁਸੀਂ ਮੀਟਿੰਗ ਕੀਤੀ ਸੀ ਤਾਂ ਤੁਹਾਡੇ 5 ਬੰਦਿਆਂ ਨੇ ਯੈਸ ਕੀਤੀ ਕਿ ਨਹੀਂ ਕੀਤੀ ਸਾਨੂੰ ਦੱਸੋ। 5 ਬੰਦੇ ਦਿੱਲੀ ਸਰਕਾਰ ਦੇ ਨੇ ਜੇ 2 ਬਾਹਰ ਦੇ ਨੇ। ਤੁਸੀਂ ਆਪਣੇ ਵੱਲੋਂ ਉਹਨੂੰ ਪਾਸ ਕਰਦੇ ਤਾਂ ਕਿ ਉਸ ਨੂੰ ਦੱਸਦੇ, ਪਬਲਿਕ ਨੂੰ ਦੱਸਦੇ ਕਿ ਭਾਈ ਸੈਂਟਰ ਦੀ ਸਰਕਾਰ ਨਹੀਂ ਕਰਨ ਦੇ ਰਹੀ, ਕਿਉਂਕਿ ਸੈਂਟਰ ਦੀ ਸਰਕਾਰ ਨੇ ਖੁਦ ਆਪਣਾ 2019 ਚ ਨੋਟਿਸ ਕੱਢਿਆ ਸੀਗਾ ਆਪਣੇ 550 ਸਾਲਾਂ ਤੇ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਿਹੜੇ ਕਾਫੀ ਸਮੇਂ ਤੋਂ ਜੇਲ੍ਹਾਂ 'ਚ ਬੈਠੇ, ਜਿਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ। ਤੇ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਜਿਹੜੀ ਸਜ਼ਾ ਆਪਣਾ ਪੂਰੀ ਹੋ ਚੁੱਕੀ, 26 ਸਾਲ ਤੋਂ ਜੇਲ੍ਹਾਂ ਦੇ ਵਿੱਚ ਨੇ। ਤੇ ਉਸ ਤੋਂ ਉਪਰੰਤ ਉਹਨਾਂ ਦੀ ਦਿਮਾਗੀ ਸੰਤੁਲਨ ਜਿਹੜਾ ਠੀਕ ਨਹੀਂ ਸੀਗਾ ਤੇ ਉਸ ਤੋਂ ਬਿਮਾਰ ਵੀ ਰਹਿੰਦੇ ਸੀਗੇ ਤੇ ਉਹਨਾਂ ਦੀ ਸਜ਼ਾ ਜਦ ਪੂਰੀ ਹੋ ਚੁੱਕੀ ਹੈ, ਜਦ ਜਿਹੜਾ ਸਾਡਾ ਕੀ ਕਹਿੰਦੇ ਨੇ ਹਿਊਮਨ ਰਾਈਟ ਕਮਿਸ਼ਨ ਹੈ ਉਹਦੇ 'ਚ ਵੀ ਕਹਿੰਦੇ ਜੇ 20 ਸਾਲ ਦੀ ਸਜ਼ਾ ਹੋ ਜਾਏ ਤੇ ਉਹਨੂੰ ਬੁਲਾ ਕੇ ਸੈਂਟੈਂਸ ਰਿਵਿਊ ਬੋਰਡ 'ਚ 14 ਸਾਲ ਤੱਕ ਉਹਦਾ ਰਵੱਈਆ ਦੇਖ ਕੇ ਉਹਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਪਰ ਇਹਨਾਂ ਦੀ 25 26 ਸਾਲ ਹੋ ਗਏ, ਅੱਜ 1.5 ਸਾਲ ਉੱਪਰ ਹੋ ਚੁੱਕਾ, ਫਿਰ 1.5 ਸਾਲ। ਇਹਨਾਂ ਨੂੰ ਆਪਣਾ ਉੱਤੇ ਸੰਗਿਆਨ ਲੈਣਾ ਚਾਹੀਦਾ ਜਿਹੜਾ ਸਾਨੂੰ ਹਿਊਮਨ ਰਾਈਟ ਕਮਿਸ਼ਨ ਜਿਹੜਾ ਸਾਨੂੰ ਦੱਸਦਾ ਕਿ ਸਾਡੇ ਹੱਕ ਨੇ, ਜੀਵਨ ਜਿਹੜਾ ਬੰਦੇ ਨੂੰ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ, ਉਹਨੂੰ ਜੀਣ ਦਾ ਪੂਰਾ ਹੱਕ ਹੈ। ਕਿਉਂਕਿ ਇਹ ਵੀ ਹਿਊਮਨ ਰਾਈਟ ਜਿਹੜੇ ਕਮਿਸ਼ਨ ਦੇ ਹੈਗੇ ਨੇ, ਇਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਕਰਕੇ ਆਪਣੇ ਆਪ ਨੂੰ ਦਾਅ ਤੇ ਲਾਇਆ ਜਿਹੜੇ ਬੰਦੇ ਜੇਲ੍ਹਾਂ 'ਚ ਬੈਠੇ ਨੇ। ਕਿਉਂਕਿ ਉਹ ਸਰਕਾਰਾਂ ਜੇ ਸੁਣਦੀਆਂ ਤੇ ਇਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੀ ਉਹਨਾਂ ਦਾ ਖਿਆਲ ਰੱਖਦੀ ਤੇ ਉਹਨਾਂ ਨੂੰ ਆਪ ਜੇਲ੍ਹਾਂ ਦੇ ਵਿੱਚ ਨਹੀਂ ਹੋਣਾ ਸੀਗਾ। ਕਿਉਂ ਇਹ ਸਾਰਾ ਸਰਕਾਰਾਂ ਦੇ ਉੱਤੇ ਡਿਪੈਂਡ ਹੁੰਦਾ। ਸੋ ਮੈਂ ਧੰਨਵਾਦ ਕਰਦਾ ਜਿਹੜਾ ਸਾਡਾ ਹਿਊਮਨ ਰਾਈਟ ਕਮਿਸ਼ਨ ਹੈ, ਉਹਨਾਂ ਦੇ ਵਿੱਚ ਵੀ ਲਿਖਿਆ ਕਿ ਉਹਨਾਂ ਨੂੰ ਆਪਣਾ ਰਿਹਾ ਕਰਨਾ ਚਾਹੀਦਾ, ਜਿਨ੍ਹਾਂ ਦੀ ਆਪਣਾ ਰਵੱਈਆ ਠੀਕ ਹੈ, ਜਿਨ੍ਹਾਂ ਦੀ ਮਾਨਸਿਕ ਤੌਰ ਤੇ ਜਿਹੜੇ ਆਪਣਾ ਉਹਨਾਂ ਦਾ ਸੰਤੁਲਨ ਖਰਾਬ ਹੋ ਗਿਆ। ਤੇ ਇਹ ਸਰਕਾਰ ਜਿਹੜੀ ਕੇਜਰੀਵਾਲ ਹੈ ਪਹਿਲਾਂ ਤਾਂ ਕਹਿੰਦੀ ਸੀਗੀ ਕਿ ਆਪਣਾ ਉੱਥੇ ਭਗਵੰਤ ਮਾਨ ਜੀ ਕਹਿੰਦੇ ਐਲਜੀ ਕੋਲ ਰਿਪੋਰਟ ਪਈ ਹੈ, ਫਾਈਲ ਪਈ ਹੈ। ਫਿਰ ਕੇਜਰੀਵਾਲ ਜੀ ਕਹਿੰਦੇ ਨਹੀਂ ਜੀ ਉਹ ਸਾਡੇ ਇੱਥੇ ਕਮੇਟੀ ਹੁੰਦੀ ਹੈ ਕਿ ਆਪਾਂ ਦੇਖਾਂਗੇ ਜਾ ਕੇ ਕਰਾਂਗੇ। ਉਸ ਤੋਂ ਬਾਅਦ ਜੇ ਹੁਣ ਲਈ ਇਹਨਾਂ ਨੇ ਆਪਣਾ ਸਾਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ ਫਿਰ ਉਹਨਾਂ ਨੂੰ ਡੈਫਰ ਕਰ ਦਿੱਤਾ ਅੱਗੇ ਤਾਂ ਕਿ ਅੱਗੇ ਇਲੈਕਸ਼ਨ ਆ ਰਹੇ ਨੇ ਕਿ ਸਿੱਖਾਂ ਦੀ ਜਿਹੜੀਆਂ ਵੋਟਾਂ ਨਾ ਖਰਾਬ ਹੋਣ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕੇਜਰੀਵਾਲ ਜੀ ਨੂੰ, ਜੇ ਤੁਸੀਂ ਉਸ 'ਚ ਆਪਣੇ 5 ਬੰਦੇ ਸਾਈਨ ਕਰ ਦਿੰਦੇ ਤੇ ਉਹ ਸਾਨੂੰ ਪਤਾ ਲੱਗਦਾ ਵੀ ਤੁਸੀਂ ਆਪਣੇ ਵੱਲੋਂ ਕਰਤਾ, ਫਿਰ ਅਸੀਂ ਸੈਂਟਰ ਦੇ ਦਿਵਾਲੇ ਹੁੰਦੇ। ਜੋ ਸੈਂਟਰ ਨੇ ਕਹਿ ਰੱਖਿਆ ਕਿ ਆਪਣਾ ਅਸੀਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ ਤੇ ਫਿਰ ਨੋਟੀਫਿਕੇਸ਼ਨ ਨਾਲ ਤੁਹਾਡੇ ਕੋਲ ਹੈ, ਜਿਹੜਾ ਹਿਊਮਨ ਰਾਈਟ ਕਮਿਸ਼ਨ ਵੀ ਕਹਿੰਦਾ ਆ। ਤੁਹਾਨੂੰ ਦਿੱਕਤ ਕੀ ਹੈ, ਤੁਸੀਂ ਆਪਣੇ ਵੱਲੋਂ ਪਾਸ ਕਰਦੇ, ਤੁਸੀਂ ਆਪਣੇ ਵੱਲੋਂ ਪਾਸ ਨਹੀਂ ਕੀਤਾ ਔਰ ਅੱਜ ਸਾਨੂੰ ਫਿਰ ਦੁਬਾਰਾ ਤੁਹਾਡੇ ਵਿਧਾਨ ਸਭਾ ਦੇ ਲਾਗੇ ਔਰ ਕੇਜਰੀਵਾਲ ਦੇ ਘਰ ਆਉਣਾ ਪਿਆ ਉਹਨੂੰ ਜੁਗਾਉਣ ਵਾਸਤੇ ਕਿ ਭਾਈ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਦਾ ਹਨਨ ਨਾ ਕਰ। ਅੱਜ ਸਾਨੂੰ ਦੁੱਖ ਹੈ ਇਸ ਚੀਜ਼ ਦਾ ਕਿ ਸਿੱਖਾਂ ਦੇ ਨਾਲ ਹਮੇਸ਼ਾ ਵਿਤਕਰਾ ਹੁੰਦਾ। ਜਦੋਂ ਜੇ ਕੁਰਬਾਨੀਆਂ ਦੀ ਗੱਲ ਕਰੀਏ, ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕਮਿਊਨਿਟੀ ਦੀਆਂ ਨੇ। ਉਸ ਤੋਂ ਬਾਵਜੂਦ ਫਿਰ ਅਸੀਂ ਮਤਲਬ ਕਿੱਥੇ ਖੜੇ ਆ, ਸਾਡਾ ਕੀ ਹੱਕ ਹੈ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਸਾਡੇ ਜਿਹੜੇ ਹੱਕਾਂ ਨੂੰ ਮਤਲਬ ਕਿ ਆਪਣਾ ਤੁਸੀਂ ਸਾਡੇ ਨਾਲ ਜਿਹੜਾ ਮਨੁੱਖੀ ਅਧਿਕਾਰਾਂ ਦਾ ਹਨਨ ਕਰਦੇ ਹੋ। ਸੋ ਇਹ ਅੱਜ ਬੇਨਤੀ ਕਰਨ ਆਏ ਆ ਕਿ ਭਾਈ ਜਿਹੜਾ ਤੁਹਾਡਾ ਸੈਂਟੈਂਸ ਰਿਵਿਊ ਬੋਰਡ ਹੈਗਾ ਉਹਦੇ ਆਧਾਰ ਤੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਔਰ ਸੈਂਟਰ ਦੀ ਸਰਕਾਰ ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਛੱਡਿਆ ਜਾਏ, ਛੇਤੀ ਤੋਂ ਛੇਤੀ ਉਹਨਾਂ ਜਿਹੜੀ ਰਿਹਾਈ ਹੋਣੀ ਚਾਹੀਦੀ ਹੈ। ਸੋ ਇਹ ਆਪਾਂ ਸਾਰੇ ਮਿਲ ਕੇ ਜਿਹੜੇ ਇਕੱਠੇ ਹੋਏ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਅਰਦਾਸ ਕਰਦੇ ਹਾਂ, ਕਿਉਂਕਿ ਕੇਜਰੀਵਾਲ ਨੇ ਦੇਖਿਆ ਜਾਏ ਤਾਂ ਪੰਜਾਬੀ ਦਾ ਵੀ ਬੜਾ ਸਾਡੇ ਤੇ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੀ ਗੱਲ ਕਰੀਏ, ਉਹ ਰਸਤਾ ਬੰਦ ਕੀਤਾ ਇਹਨੇ, ਸਿੱਖਾਂ ਨੂੰ ਬਿਲਕੁਲ ਇਗਨੋਰ ਕੀਤਾ। ਯੂਨੀਵਰਸਿਟੀ 'ਚ ਆਪਣਾ ਚੇਅਰ ਸਥਾਪਿਤ ਕਰਨੀ ਸੀ ਉਹ ਨਹੀਂ ਕੀਤੀ ਔਰ ਆਪਣਾ ਡਿਜੀਟਲ ਲਾਇਬ੍ਰੇਰੀ ਕਰਨੀ ਸੀ ਦਿੱਲੀ ਹਾਰ ਦੇ 'ਚ ਕਹਿ ਦਿੱਤਾ ਪਰ ਕੀਤਾ ਕੱਖ ਨਹੀਂ ਇਹਨੇ। ਤੇ ਸਾਡੇ ਅਧਿਕਾਰਾਂ ਨੂੰ ਖਤਮ ਕਰ ਰਹੇ ਨੇ।
ਜੇ ਗੱਲ ਕਰੀਏ ਵੀ ਸਿੱਖਾਂ ਨੂੰ ਤਾਂ ਇਹ ਸੋਚਦੇ ਆ ਕਿ ਸ਼ਾਇਦ ਸਾਨੂੰ ਸੱਚ ਨਾਲ ਅਸੀਂ ਚੱਲ ਰਹੇ ਹਾਂ ਵੀ ਸਾਨੂੰ ਵੋਟਾਂ ਪਾ ਦੇਣਗੇ, ਪਰ ਸਿੱਖਾਂ ਨੂੰ ਇਹ ਜਾਗਣਾ ਪਏਗਾ, ਕਿਉਂਕਿ ਇਹ ਹੁਣ ਉਹ ਸਮਾਂ ਨਹੀਂ ਹੈਗਾ ਕਿ ਅਸੀਂ ਆਪਣੇ ਸਿੱਖਾਂ ਨੂੰ ਮਰਵਾਈ ਜਾਈਏ। ਸਾਡੇ ਰਾਈਟਸ ਨੇ, ਹਿਊਮਨ ਰਾਈਟਸ ਕਮਿਸ਼ਨ ਵੀ ਕਹਿੰਦਾ ਸਾਡੇ ਮਨੁੱਖੀ ਅਧਿਕਾਰ ਜਿਹੜੇ, ਸਾਡਾ ਲੋਕਤੰਤਰ ਸਾਨੂੰ ਕਹਿੰਦਾ ਤੇ ਸਾਨੂੰ ਅਧਿਕਾਰ ਲੈਣੇ ਨੇ। ਔਰ ਹੁਣ ਸਾਨੂੰ ਜਾਗ ਜਾਣਾ ਚਾਹੀਦਾ, ਚਾਹੇ ਕੋਰਟ ਦੇ ਥਰੂ ਜਾਈਏ, ਜੇ ਅਗਰ ਨਹੀਂ ਮੰਨਦੇ ਤਾਂ ਕੋਰਟ ਵੀ ਜਾਵਾਂਗੇ। ਸਾਡੇ ਵਿੱਚ ਮਨਜੀਤ ਸਿੰਘ ਜੀ ਆਪਣਾ ਜੀਕੇ ਸਾਹਿਬ ਪਹੁੰਚੇ ਨੇ, ਬਹੁਤ ਪੰਥ ਪ੍ਰਤੀ ਇਹਨਾਂ ਨੇ ਮੱਲਾਂ ਮਾਰੀਆਂ ਨੇ, ਹਮੇਸ਼ਾ ਧਰਨੇ ਵਿੱਚ ਉਹਦੇ ਹੋ ਕੇ ਪੰਥ ਦੀ ਆਵਾਜ਼ ਚੁੱਕਦੇ ਰਹੇ ਨੇ। ਤੇ ਮੈਂ ਬੇਨਤੀ ਕਰਾਂਗਾ ਮਨਜੀਤ ਸਿੰਘ ਜੀ ਜੀਕੇ ਜੀ ਨੂੰ ਵੀ ਕਿ ਉਹ ਵੀ ਆ ਕੇ ਅੱਗੇ ਆਪਣਾ ਪਰਵਿੰਦਰਪਾਲ ਸਿੰਘ ਜੀ, ਆਪਣਾ ਜੋ ਸਿਆਸੀ ਸਿੱਖ ਰਿਹਾਈ ਕੈਦੀ ਮੋਰਚੇ ਦੇ ਸਾਡੇ ਸਾਰੇ ਸਾਥੀ ਪਹੁੰਚੇ, ਸੰਗਤ ਸਿੰਘ ਜੀ, ਆਪਣਾ ਬਲਜੀਤ ਸਿੰਘ ਜੀ, ਦਲਜੀਤ ਸਿੰਘ ਜੀ ਔਰ ਇਕਬਾਲ ਸਿੰਘ ਜੀ, ਸਾਰੇ ਪਹੁੰਚੇ ਨੇ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹ ਹਮੇਸ਼ਾ ਆਪਣੇ ਸਮਾਂ ਕੱਢ ਕੇ ਪਹੁੰਚਦੇ ਹਰ ਜਗ੍ਹਾ। ਔਰ ਪੰਥ ਦੀ ਜਿਹੜੀ ਆਪਣਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਵਾਰਾ ਜੀ ਨੂੰ, ਉਹਨਾਂ ਦੇ ਕੇਸ ਇੱਥੇ ਕੋਈ ਨਹੀਂ ਹੈਗਾ ਤੇ ਉਹਨਾਂ ਨੂੰ ਵੀ ਆਪਣਾ ਸ਼ਿਫਟ ਕਰਨਾ ਚਾਹੀਦਾ ਪੰਜਾਬ ਦੇ ਵਿੱਚ। ਤੇ ਉਹ ਵੀ ਇਹ ਆਪਣਾ ਇਹਨਾਂ ਦਿੱਲੀ ਸਰਕਾਰ ਜਿਹੜਾ ਸਾਡਾ ਸੈਂਟਰ ਦਾ ਹੋਮ ਮਿਨਿਸਟਰ ਹੈ ਜਿਹੜਾ ਆਪਣਾ ਦਿੱਲੀ ਦਾ, ਉਹਦਾ ਫਰਜ਼ ਬਣਦਾ ਸੀ। ਪਹਿਲਾਂ ਉਹਨਾਂ ਕੋਲ ਆਏ ਸੀਗੇ ਸਤਿੰਦਰ ਜੈਨ ਨੂੰ ਆਪਣਾ ਐਪਲੀਕੇਸ਼ਨ ਦਿੱਤੀ ਇੱਥੇ ਆ ਕੇ, ਉਹ ਕਹਿੰਦੇ ਜੀ ਤੁਸੀਂ ਸਾਡੇ ਨਾਲ ਆਪਣਾ ਮੁੱਦਾ ਬਣਾ ਰਹੇ ਹੋ। ਅਸੀਂ ਮੁੱਦਾ ਨਹੀਂ ਬਣਾ ਰਹੇ, ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਇਹਨਾਂ ਨੇ ਕੱਲ ਮੀਟਿੰਗ ਕੀਤੀ, ਕਹਿੰਦੇ ਸੈਂਟਰ ਨਹੀਂ ਕੰਮ ਦੇ ਰਹੀ। ਤੇ ਇਹ ਸਭ ਆਪਣਾ ਧੋਖਾ ਨਾ ਦਿਓ, ਆਪਣਾ ਸਿੱਖ ਨੇ ਭੋਲੇ ਨਹੀਂ ਹੈਗੇ, ਸਿੱਖ ਜਾਗ ਚੁੱਕੇ ਨੇ ਔਰ ਆਪਣੇ ਜਿਹੜੇ ਮਨੁੱਖੀ ਅਧਿਕਾਰ ਉਹਨਾਂ 'ਤੇ ਧਿਆਨ ਦਿੱਤਾ ਜਾਏ। ਅਸੀਂ ਕੇਜਰੀਵਾਲ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਤੁਸੀਂ ਪ੍ਰੋਪੇਗੈਂਡਾ ਕਰ ਰਹੇ ਹੋ ਕਿ ਇਹਨਾਂ ਨੇ ਜਾਣਬੁੱਝ ਕੇ ਬੀਜੇਪੀ ਨੇ ਇਸ ਤਰ੍ਹਾਂ ਕਰਿਆ ਔਰ ਮੈਜਿਸਟ੍ਰੇਟ ਜਾਂ ਪੁਲਿਸ ਵਾਲੇ ਇਹਨੂੰ ਨਹੀਂ ਹੋਣ ਦਿੰਦੇ, ਅਸੀਂ ਬੇਨਤੀ ਕਰਦੇ ਹਾਂ ਕੇਜਰੀਵਾਲ ਨੂੰ ਕਿ ਇਹ ਆਪ ਪ੍ਰੈਸ ਕਾਨਫਰੰਸ ਕਰਕੇ ਬੋਲੋ ਕਿ ਤੁਸੀਂ ਜਿਹੜੇ 5 ਆਦਮੀ ਦਿੱਲੀ ਸਰਕਾਰ ਦੇ ਉਹਨਾਂ ਚੋਂ ਕਿੰਨੇ ਸਾਈਨ ਕਰੇ ਔਰ ਕਿੰਨੇ ਨਹੀਂ ਕਰੇ। ਇਹਦਾ ਜ਼ਰੂਰੀ ਜਿਹੜਾ ਇਹੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਸਾਨੂੰ ਬਾਈਟ ਦੇ ਕੇ ਜਾਂ ਸਰਕਾਰਾਂ ਨੂੰ, ਪਬਲਿਕ ਨੂੰ, ਪੰਜਾਬ ਦੀ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਜਿੱਥੇ ਕੇਜਰੀਵਾਲ ਬਣੇ ਹੋਏ ਆ ਉੱਥੇ ਫਤਿਹਚੀ ਬਣਦੇ ਸੀ ਸਿੱਖਾਂ ਦੇ ਔਰ ਅੱਜ ਇਹ ਸਿੱਖਾਂ ਦੇ ਨਾਲ ਧੱਕਾ ਕਰ ਰਹੇ ਆ। ਇਹ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰਨ ਕਿ ਸਿੱਖਾਂ ਦੇ ਨਾਲ ਹੈ ਜਾਂ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਮੈਂ ਸਮਝਦਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਅਸੀਂ ਇਹਨਾਂ ਦੀ ਰਿਹਾਈ ਵਾਸਤੇ ਪਹਿਲੀ ਲੜਾਈ ਲੜੀ ਗਈ ਕਿ ਜਿਹੜੀ ਇਹਨਾਂ ਦੀ ਫਾਂਸੀ ਦੀ ਸਜ਼ਾ ਸੀ, ਸਜ਼ਾਏ ਮੌਤ ਸੀ, ਉਸ ਨੂੰ ਕਮਿਊਟ ਕਰਾਉਣਾ ਉਮਰ ਕੈਦ ਦੇ ਵਿੱਚ। ਪੰਥ ਨੇ, ਕੌਮ ਨੇ ਇਕੱਠਿਆਂ ਹੋ ਕੇ ਲੜੀ, ਅਲੱਗ-ਅਲੱਗ ਜਥੇਬੰਦੀਆਂ ਨੇ ਲੜੀ, ਲੇਕਿਨ ਅਸੀਂ ਕਾਮਯਾਬ ਹੋਏ। ਫਿਰ ਇਹ ਸੀ ਕਿ ਜਿਹੜੀ ਉਮਰ ਕੈਦ 'ਚ ਕਮਿਊਟ ਹੋਈ ਹੈ ਉਹਦੇ ਬਾਅਦ ਰਿਹਾਈ ਦੀ ਗੱਲ 550 ਸਾਲਾਂ ਤੇ ਮੋਦੀ ਸਰਕਾਰ ਨੇ ਜਿਹੜੇ ਬੰਦੀ ਸਿੰਘ ਰਿਹਾ ਕਰਨ ਦਾ ਫੈਸਲਾ ਕੀਤਾ, ਉਹਦੇ ਵਿੱਚ ਪ੍ਰੋਫੈਸਰ ਭੁੱਲਰ ਸਾਹਿਬ ਦਾ ਵੀ ਨਾਂ ਹੈ ਕਿ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਟੈਕਨੀਕਲ ਸਿਚੁਏਸ਼ਨ ਇਹ ਹੈ ਕਿ ਭੁੱਲਰ ਸਾਹਿਬ ਦਿੱਲੀ ਤਿਹਾੜ ਜੇਲ੍ਹ ਦੇ ਕੈਦੀ ਨੇ, ਦਿੱਲੀ ਸਰਕਾਰ ਦੇ ਥੱਲੇ ਆਂਦੀ ਹੈ, ਭਾਵੇਂ ਅੱਜ ਕੱਲ੍ਹ ਉਹ ਅੰਮ੍ਰਿਤਸਰ ਜੇਲ੍ਹ 'ਚ ਨੇ ਸਿਹਤ ਨਾ ਠੀਕ ਹੋਣ ਕਰਕੇ, ਪਰ ਉਹਨਾਂ ਦੀ ਰਿਹਾਈ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। 5 ਮੀਟਿੰਗਾਂ ਸੈਂਟੈਂਸ ਰਿਵਿਊ ਬੋਰਡ ਦੀਆਂ ਹੋਈਆਂ, 5 ਦੇ ਵਿੱਚ ਹੁਣ ਜਿਹੜੀ ਲੇਟੈਸਟ ਹੋਈ ਹੈ, ਕਿਉਂਕਿ 20 ਫਰਵਰੀ ਨੂੰ ਪੰਜਾਬ ਦੀਆਂ ਚੋਣਾਂ ਸੀ। ਕੇਜਰੀਵਾਲ ਸਾਹਿਬ, ਆਮ ਆਦਮੀ, ਭਗਵੰਤ ਮਾਨ ਤੋਂ ਲੈ ਕੇ ਸਾਰਿਆਂ ਨੇ ਇਹ ਆਖਿਆ ਕਿ ਇਹਨਾਂ ਦੀ ਰਿਹਾਈ ਪੱਕੀ ਹੋਏਗੀ। ਹੁਣ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਰਿਜੈਕਟ ਕਰ ਦਿੱਤਾ ਗਿਆ। ਮੈਂ ਸਮਝਦਾ ਕਿ ਅੱਜ ਅਸੀਂ ਵਿਧਾਨ ਸਭਾ ਤੋਂ, ਤੁਸੀਂ ਪਿੱਛੇ ਦੇਖ ਸਕਦੇ ਹੋ ਹਿੰਦੁਸਤਾਨ ਦਾ ਤਿਰੰਗਾ ਲਹਿਰਾ ਰਿਹਾ ਹੈ, ਪਿੱਛੇ ਵਿਧਾਨ ਸਭਾ ਨਜ਼ਰ ਆ ਰਹੀ ਹੈ। ਔਰ ਜਿਵੇਂ ਅਵਤਾਰ ਜੀ ਨੇ ਆਖਿਆ, ਅਸੀਂ ਅੱਜ ਕੇਜਰੀਵਾਲ ਦੇ ਬੂਹੇ ਤੇ ਫੇਰ ਆਏ ਹਾਂ। ਉਹਨੂੰ ਇਹ ਆਖਣ ਆਏ ਹਾਂ ਕਿ ਤੂੰ ਮਨੁੱਖੀ ਅਧਿਕਾਰਾਂ ਦੀ ਗੱਲ ਛੱਡਦੇ ਗੱਲ ਤੂੰ ਪੰਜਾਬ ਦਾ, ਸਿੱਖਾਂ ਦਾ, ਪੰਜਾਬੀਆਂ ਦਾ ਕਿੰਨਾ ਹਿਤੈਸ਼ੀ ਹੈ। ਇਹ ਰਾਈਟਫੁਲ ਜਿਹੜਾ ਬੰਦਾ ਏਡੇ ਸਾਲਾਂ ਦੀ 2 ਉਮਰ ਕੈਦਾਂ ਭੁਗਤ ਚੁੱਕਾ ਹੈ ਔਰ ਜਿਸ ਨੂੰ ਸੈਂਟਰਲ ਗਵਰਨਮੈਂਟ ਨੇ ਐਮਨੈਸਟੀ ਸਕੀਮ ਦੇ ਵਿੱਚ ਰਿਹਾ ਕਰਨ ਦਾ ਫੈਸਲਾ ਕਰ ਦਿੱਤਾ, ਤੂੰ ਇਸ ਵੇਲੇ ਤੇਰੀ ਸਰਕਾਰ ਇਸ ਨੂੰ ਰੋਕਦੀ ਪਈ ਹੈ।
बड़ी क्लीयर गल है। तुसी पंजाबी टीचरां दी गल करदे हो, असीं किवें पास कराइयां, तुसी पंजाब दे भले की गल करते हो, जो तुसी करते पए हो करते हो उल्ट पए हो। 20 तरीक निकल चुकी है, डब्बे च वोटां पै चुकी, हुण तुहानूं पंजाब के लोगों की लोड़ नहीं। इनू पोलिटिकल चश्मा उतार के इसनूं जस्टिस की नज़र नाल देखो, ह्यूमन राइट्स की नज़र नाल देखो। हरेक लिहाज नाल प्रोफैसर भुल्लर साहब की रिहाई होनी चाहिए है। असी कई दफ़ा धरने प्रदर्शन किए और हौली हौली कामयाबी वाल पहुँचे हाँ। अज ये भी कौम नूं दस दईए कि अज वर्किंग डे वाले दिन तुसीं देख सकते हो कि भावें बीबियां ने, भावें जवान ने, भावें बजुर्ग ने, दिल्ली कमेटी के मैंबर सभान ने, पतवंते सज्जन ने, ਜਿਹੜੇ भी इत्थे आए ने ये अपना समा कट के आए ने। और केजरीवाल बहुता चिर प्रोफैसर भुल्लर नूं अंदर नहीं रख सकेगा। मजबूर कर देंगे कि इन्हां दी रिहाई होनी लाजमी है। मैं समझदा कौम के एजेंडे ते है, ये मनजीत सिंह या कोई पोलिटिकल पार्टी नहीं। अज इत्थे असीं सारी कौम नूं रिप्रजेंट कर रहे हैं, सारी कौम की आवाज़ है कि प्रोफैसर भुल्लर रिहा होना चाहिए। मैं एक जकारा छड्डांगा, बुलंद आवाज़ से जवाब दो ताकि ये कन्ना तक आवाज़ जाए कि कौम की चाहती है। असीं भुल्लर साहब की रिहाई चाहते हैं। और हुण इस तो बाद जिवें डॉक्टर परमिंदरपाल सिंह होरां ने दस्सिया कि इहदी जिहड़ी किताब है स्वराज उसनूं भी साड़िया जाएगा, ताकि तेरे झूठ दे तू अन्ना हज़ारे नूं वायदा कीता सी लोकपाल, जिहदे उत्ते तू आया सी, तू लोकपाल अज तक नहीं लाया। मैं समझदा वां कि सानू तेरे बाकी झूठा नाल कोई लैण देण नहीं, सानू साडे अपने हक्कां नाल है। ये कौम लड़ना जानती है, जूझदा जानती है। और आने वाले समय प्रोफैसर भुल्लर की रिहाई एक कौम कराएगी, कोई एक सिख एक जथेबंदी नहीं कराएगी, पूरी कौम रल के कराएगी। भी ये डैफर की गई है भुल्लर साहब की रिहाई, ਉਹਦੇ ਵਿੱਚ ਡੈਫਰ ਕਰਨ ਵਾਲੇ ਪ੍ਰਿੰਸੀਪਲ ਸੈਕਟਰੀ ਲਾਅ ਐਂਡ ਜਸਟਿਸ ACP ਜੋ ਇੱਕ ਨਿਯੁਕਤ ਕੀਤਾ ਜਾਂਦਾ ਦਿੱਲੀ ਪੁਲਿਸ ਵੱਲੋਂ ਦੀ ਉਸ ਟੀਮ ਮੈਂਬਰ ਦੇ ਅੰਦਰ, ਤੇ ਤੀਸਰਾ ਹੋਮ ਮਿਨਿਸਟਰ, ਇਹ ਤਿੰਨਾਂ ਨੇ ਇਹ ਕਹਿ ਕੇ ਡੈਫਰ ਕਰ ਦਿੱਤੀ ਗਈ ਕਿ ਭੁੱਲਰ ਸਾਹਿਬ ਇੱਕ ਖੂੰਖਾਰ ਅੱਤਵਾਦੀ ਹੈ। ਮੈਂ ਸ਼ਾਇਦ ਉਹ ਆਪਣਾ ਇੱਕ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਲਾਈਨ ਜਾਂ ਗਾਈਡਲਾਈਨਸ ਭੁੱਲ ਚੁੱਕੇ ਨੇ, ਜਿਹੜੀ ਸਾਨੂੰ ਬਾਰ-ਬਾਰ ਉਹਨਾਂ ਨੂੰ ਯਾਦ ਦਿਵਾਉਣੀ ਪੈਂਦੀ ਹੈ ਕਿ ਅਗਰ ਕੋਈ ਪ੍ਰੀ ਮੈਚੁਰ ਰਿਲੀਜ਼ ਲਈ ਐਲੀਜੀਬਲ ਹੁੰਦਾ ਹੈ, ਉਹਦੇ ਵਿੱਚ ਇੱਕ ਪੁਆਇੰਟ ਇਹ ਵੀ ਹੈ ਕਿ ਅਗਰ ਉਹਦੀ ਸ਼ਮਤਾ ਕ੍ਰਾਈਮ ਕਰਨ ਦੀ ਐਬਿਲਿਟੀ ਆਫ ਕ੍ਰਾਈਮ ਅਗਰ ਖਤਮ ਹੋ ਚੁੱਕੀ ਹੈ ਜਾਂ ਉਹ ਮੈਂਟਲੀ ਸਫਰ ਕਰ ਰਿਹਾ ਹੈ, ਉਹਦੀ ਹੈਲਥ ਠੀਕ ਨਹੀਂ ਹੈਗੀ ਹੈ, ਤੇ ਉਹਨੂੰ ਪ੍ਰੀ ਮੈਚੁਰ ਰਿਲੀਜ਼ ਮਿਲ ਸਕਦੀ ਹੈ, ਉਹ ਮਿਲਣੀ ਚਾਹੀਦੀ ਵੀ ਹੈ। ਇਹ ਪ੍ਰੋਵੀਜ਼ਨ ਹੈ। 20 ਸਾਲ ਪਲੱਸ ਇੱਕ ਨਾਰਮਲ ਕੈਦੀ ਨੂੰ ਹੁੰਦੇ ਆ, ਤੇ ਹੀਨੀਅਸ ਕ੍ਰਾਈਮ ਕਰਨ ਵਾਲੇ ਨੂੰ ਅਗਰ ਗੱਲ ਕੀਤੀ ਜਾਵੇ, ਉਸ ਹੀਨੀਅਸ ਕ੍ਰਾਈਮ ਕਰਨ ਵਾਲੇ ਦੇ ਵਿੱਚ ਅੱਤਵਾਦੀ ਦੀ ਕੈਟਾਗਰੀ ਵੀ ਮੌਜੂਦ ਹੈ। अगर ये गल्लां समझण चाहन ते साडे बंदे छड़ सकते हैं। असी एक गल नोटिस की है, असी सोशल वैलफेयर डिपार्टमेंट नूं लैटर दिती, सारे डॉक्यूमेंटेशन उन्होंने दिखाए, उन्होंने इसे अपोज नहीं किया। होम टाउन अंमृतसर तो उन्होंने पुलिस की रिपोर्ट आई है, उन्होंने अपोज नहीं किया। उस तो बाद हॉस्पिटल की रिपोर्ट कि भी इन्होंने मैडिकल ट्रीटमेंट एमरजेंसी लेवल से लोड़ है, उन्होंने अपोज नहीं किया। उस तो बाद ये जिन्ने भी असी देखे हैं, सतेंद्र जैन ने यह कह के खबर खारिज कर दिंदा कि वो खूंखार अतवादी है। आप इस गल पुछना चाहते हैं भी खूंखार अतवादी कहने का मतलब की है। एक बंदे की एज देख लो कि एक 55-60 साल का बंदा खूंखार अतवादी नज़र आ रहा है, या तो तारी आइडियोलॉजी सिर्फ है कि सिखां के खिलाफ जाना, सिखां नूं ही बदनाम करना है। और दूसरा ये डैफर करने का मतलब यह है कि जो सिख जो प्रोटेस्ट इत्थे कर रहे हैं दिल्ली अंदर लगातार, भाई मनजीत सिंह जी के साडे नाल खड़े हैं, होर भी जथेबंदियां जिहड़ी हैगियां नरोल चलदे साडे नाल खड़ियां हैं, वो एक गल समझ रही ने कि जिस प्रकार नाल सानू पंजाब च बेवकूफ बनाया गया है कह के भगवंत मान वालों दी कि LG को फाइल पई है, वो अज सारे पंजाब के वर्करां दे आम आदमी पार्टी चपेड़ हैगी है कि फाइल तुहाडे कोल ही है। LG को वो फाइल नहीं पहुंची किसी भी पासों दी, वो फाइल जब तक LG को पहुंचनी है तुहाडे साइन होके जाणगे। तुसीं अगर साइन नहीं करते हो, वो फाइल किसी भी प्रकार नाल LG को नहीं जा सकती। इट मीनस तुसी अपना MCD का इलैक्शन जिहड़े तुसी सिखां दे विच पाड़ पाण लई नवे वरतीरे पाड़ रहे हो, नवे सिख चेहरे खड़े कर दिते MCD वास्ते कि भी ये साडे सिख साडे नाल ने। मैं उन्हां मूर्खां नूं भी कहना चाहांगा, वो घटो घट अपनी कौम लई खड़े हो जाओ।
ਤੁਹਾਡੀ ਕੌਮ ਤੁਹਾਡੇ ਤੇ ਆਸ ਰੱਖ ਕੇ ਬੈਠੀ ਕਿ ਪੱਗਾਂ ਵਾਲੇ ਕਿਤੇ ਸਾਡਾ ਸਟੈਂਡ ਲੈਣਗੇ, ਸਰਕਾਰ 'ਚ ਸਾਡੀ ਗੱਲ ਕਰਨਗੇ। ਪੱਗ ਬੰਨ ਕੇ ਅਗਰ ਭਗਵੰਤ ਮਾਨ ਸਿੰਘ ਆ ਸਮਝ ਸਕਦਾ ਕਿ ਬਿਨਾਂ ਪੱਗ ਦਾ ਕੋਈ ਵੀ ਸੀਐਮ ਪੰਜਾਬ 'ਚ ਨਹੀਂ ਖੜਾ ਹੋ ਸਕਦਾ, ਤਾਂ ਤੁਹਾਨੂੰ ਇੰਨੀ ਗੱਲ ਸਮਝ ਨਹੀਂ ਆ ਰਹੀ ਕਿ ਦਿੱਲੀ 'ਚ ਤੁਹਾਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਕਿਸੇ ਕੋਈ ਮੁੱਦਾ ਤੇ ਚੱਕ ਲਓ। ਸਾਰੇ ਮੁੱਦੇ ਜਿਹੜੇ ਨੇ ਇਹ ਸਾਡੇ ਵਰਗੀ ਪਾਰਟੀਆਂ, ਸਾਡੇ ਵਰਗੇ ਜਥੇਬੰਦੀਆਂ ਕਿਉਂ ਚੱਕ ਰਹੀਆਂ ਨੇ ਬਾਰ-ਬਾਰ? ਤੁਹਾਡੀ ਸ਼ਮਤਾ ਸਿੱਖਾਂ ਦੇ ਖਿਲਾਫ ਚੱਲ ਰਹੀ ਹੈ, ਸਿੱਖਾਂ ਦੇ ਨਾਲ ਚੱਲਦੀ ਪਈ ਹੈ। ਕੈਪੇਬਿਲਿਟੀ ਆਪਣੀ ਦਿਖਾਣੀ ਸ਼ੁਰੂ ਕਰੋ। ਦੂਸਰਾ ਮੁੱਦਾ ਜਿਹੜਾ ਇਸ ਟਾਈਮ ਕੇਜਰੀਵਾਲ ਸਰਕਾਰ ਦੇ ਕੋਲ ਹੈਗਾ, ਉਹ ਹੈਗਾ ਜਗਤਾਰ ਸਿੰਘ ਹਵਾਲਾ ਜੀ ਦੀ ਟਰਾਂਸਫਰ ਦਾ। ਉਹਨਾਂ ਨੂੰ ਪਿਛਲੇ 15 ਸਾਲ ਤੋਂ ਜੇਲ੍ਹ 'ਚ, ਤਿਹਾੜ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਜਿਹਦੀ ਕਸਟਡੀ ਇੰਨੀ ਵੱਡੀ ਹੁੰਦੀ ਹੈ, ਉਹਦੇ ਕੇਸ ਖਤਮ ਹੋਣੇ ਚਾਹੀਦੇ ਨੇ। ਪਹਿਲੀ ਗੱਲ ਤੇ ਉਹ ਖਤਮ ਹੀ ਨਹੀਂ ਕੀਤੇ ਜਾਂਦੇ। 26 ਸਾਲ ਪਲੱਸ ਕਸਟਡੀ ਉਹਨਾਂ ਦੀ ਹੈਗੀ ਹੈ ਔਨ ਰਿਕਾਰਡ ਪੇਪਰ। ਤਿਹਾੜ ਜੇਲ੍ਹ ਦੇ ਅੰਦਰ, ਸੁਪਰੀਮ ਕੋਰਟ ਦੇ ਅੰਦਰ, ਹਾਈ ਕੋਰਟ ਦੇ ਅੰਦਰ ਉਹਨਾਂ ਦੇ ਕੇਸ ਹਾਈ ਕੋਰਟ ਚੱਲ ਰਿਹਾ, ਸੈਸ਼ਨ ਕੋਰਟ ਕੋਈ ਕੇਸ ਨਹੀਂ ਚੱਲ ਰਿਹਾ ਉਹਨਾਂ ਦਾ। ਸਾਰਿਆਂ ਦੇ ਵਿੱਚ 26 ਸਾਲ ਦੀ ਕਸਟਡੀ ਔਨ ਰਿਕਾਰਡ ਹੈਗੀ ਹੈ, ਪਰ ਕਿਸੇ ਵੀ ਪ੍ਰਕਾਰ ਨਾਲ ਉਹਨਾਂ ਨੂੰ ਛੱਡਣ ਦੀ ਗੱਲ ਨਹੀਂ ਕੀਤੀ ਜਾਂਦੀ। ਇਹਨਾਂ ਨੂੰ ਅੱਜ ਵੀ ਸਾਡੇ 50-50 ਸਾਲ ਦੇ ਬੰਦੇ ਖੂੰਖਾਰ ਅੱਤਵਾਦੀ ਨਜ਼ਰ ਆ ਰਹੇ ਨੇ। ਉਹਨਾਂ ਦੇ ਉੱਤੇ ਇਹ ਧਾਰਾ ਲਾ ਕੇ ਉਹਨਾਂ ਨੂੰ ਬੰਦ ਕੀਤਾ ਗਿਆ ਕਿ ਇਹ 268 ਆਈਪੀਸੀ ਧਾਰਾ ਦੇ ਅੰਦਰ ਆਉਂਦੇ ਹਨ। ਇਹਨਾਂ ਨੂੰ ਕਿਸੇ ਵੀ ਪ੍ਰਕਾਰ ਨਾਲ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਆਉਣਾ ਚਾਹੀਦਾ। ਇਹਨਾਂ ਦੀ ਕਿਸੇ ਵੀ ਕੋਰਟ ਦੇ ਅੰਦਰ ਪੇਸ਼ੀ ਨਹੀਂ ਕੀਤੀ ਜਾਂਦੀ। ਇਹ ਹਵਾਲਾ ਦੇ ਕੇ ਕਿ ਇਹਨਾਂ ਦੇ 268 ਧਾਰਾ ਲੱਗੀ ਹੋਈ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਪੂਰੀ ਕੌਮ ਨੂੰ, ਪੂਰੇ ਦੇਸ਼ ਨੂੰ ਇਹ ਗੱਲ ਦੱਸਣਾ ਚਾਹੁੰਦਾ ਵਾਂ, 268 ਧਾਰਾ ਜਿਹੜੀ ਸੀਗੀ ਉਹ 2010 ਵਿੱਚ ਟੁੱਟ ਚੁੱਕੀ ਹੈ। ਅੱਜ 12 ਸਾਲ ਹੋ ਗਏ ਉਸ ਬੰਦੇ ਨੂੰ ਤੁਸੀਂ ਜੇਲ੍ਹ ਤੋਂ ਬਾਹਰ ਨਹੀਂ ਕੱਢ ਰਹੇ ਹੋ। ਤੁਸੀਂ ਹਰ ਪ੍ਰਕਾਰ ਨਾਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਦਾ ਇੱਕ ਕੇਸ ਹੈ ਲੁਧਿਆਣੇ ਦਾ, ਜਿਸ ਦੀ ਕਸਟਡੀ ਪੁਲਿਸ ਵਾਲਿਆਂ ਨੇ ਔਨ ਰਿਕਾਰਡ ਦਿਖਾਈ ਹੈ ਅਕਤੂਬਰ 2020 ਚ। ਇਟ ਮੀਨਸ ਕਿ ਬੰਦੇ ਨੇ 26 ਸਾਲ ਜਿਹੜੇ ਗਾਲੇ ਨੇ ਜੇਲ੍ਹ ਦੇ ਅੰਦਰ, ਤੁਹਾਡੇ ਕੋਲ ਹਾਲ ਤੱਕ ਆਈ ਤਫਤੀਸ਼ ਨਹੀਂ ਹੋਈ ਕਿ ਇੰਨੇ ਸਾਲਾਂ ਦਾ ਉਹ ਤਿਹਾੜ ਜੇਲ੍ਹ 'ਚ ਬੈਠਾ ਹੈ। ਅੱਜ ਤੁਹਾਨੂੰ ਅਸੀਂ ਕੇਸ ਨੂੰ ਦੁਬਾਰਾ ਚਲਾਇਆ ਤੇ ਪਤਾ ਚੱਲਿਆ ਕਿ ਵੀ ਪੁਲਿਸ ਵਾਲੇ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਸੀ ਤਿਹਾੜ ਜੇਲ੍ਹ 'ਚ ਜਗਤਾਰ ਸਿੰਘ ਹਵਾਲਾ ਹੈ ਕਿੱਥੇ। ਇਟ ਮੀਨਸ ਕਿ ਤੁਹਾਡਾ ਕੋਈ ਕੋਆਰਡੀਨੇਸ਼ਨ ਨਹੀਂ ਹੈਗਾ, ਤੁਸੀਂ ਸਿਰਫ ਬੇਵਕੂਫ ਬਣਾ ਰਹੇ ਹੋ। ਦੂਸਰਾ, ਇਹਨਾਂ ਦੀ ਸਾਰੀ ਤਫਤੀਸ਼ ਜਿਹੜੀ ਅਸੀਂ ਦੁਆਰਾ ਆਪਾਂ ਜਗਤਾਰ ਸਿੰਘ ਹਵਾਲਾ ਦੀ ਸਾਰੀ ਤਫਤੀਸ਼ ਆਪਾਂ ਕਰਵਾਈ, ਉਹਨਾਂ 'ਚ ਸਾਨੂੰ 6 ਕੇਸ ਬੋਗਸ ਨਿਕਲੇ। ਬੋਗਸ ਕਹਿਣ ਦਾ ਮਤਲਬ ਕਿ 6 ਕੇਸ ਪੂਰੇ ਦੇ ਪੂਰੇ ਝੂਠੇ ਪਾਏ ਹੋਏ ਸੀ, ਜਿਨ੍ਹਾਂ ਦੀਆਂ ਆਰਟੀਆਈਆਂ ਸਾਨੂੰ ਸਰਕਾਰਾਂ ਨੇ ਦਿੱਤੀਆਂ ਵੀ ਇਸ ਵਿਜਨ 'ਚ ਇਸ ਦਾ ਕੋਈ ਕੇਸ ਨਹੀਂ ਹੈ। ਜਗਤਾਰ ਸਿੰਘ ਹਵਾਲਾ ਦੀ ਕੋਈ ਵੀ ਇਨਵੋਲਵਮੈਂਟ ਇਸ ਕੇਸਾਂ 'ਚ ਨਹੀਂ ਹੈ। ਸਾਨੂੰ ਹਰ ਪ੍ਰਕਾਰ ਦੇ ਨਾਲ ਨੀਵਾਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਸਰਕਾਰ ਨਵੀਂ ਆਉਂਦੀ ਹੈ, ਉਹ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੇ ਮਸਲੇ ਤੇ ਕੰਮ ਕਰਾਂਗੇ। ਸਿੱਖਾਂ ਦਾ ਮਸਲਾ ਸਿਰਫ ਨਸਲਕੁਸ਼ੀ ਨਹੀਂ ਹੈਗਾ ਕਿ ਜਿਹੜੀ 84 'ਚ ਹੋਈ। ਸਿੱਖਾਂ ਦਾ ਮਸਲਾ ਬਹੁਤ ਜ਼ਿਆਦਾ ਹੈ। ਆਪਣੀ ਹੋਂਦ ਦੀ ਲੜਾਈ ਨੂੰ ਲੈ ਕੇ ਵੀ ਚੱਲ ਰਿਹਾ ਹੈਗਾ, ਆਪਣੇ ਸਾਰੇ ਹੱਕਾਂ ਨੂੰ ਲੈ ਕੇ ਚੱਲ ਰਿਹਾ ਹੈ। ਹੁਣ ਭਾਗੜਾ ਨੰਬਰ ਦੇਣ ਤੇ ਤੁਹਾਡੇ ਪਾਣੀ ਦੇ ਹੱਕ ਤੁਹਾਡੇ ਖੋਲ ਦਿੱਤੇ ਗਏ। ਤੁਸੀਂ ਸਮਝਣਾ ਕੀ ਚਾਹੁੰਦੇ ਹੋ, ਸਾਡਾ ਸਟੈਂਡ ਕਿੱਥੇ ਹੈ? ਜਿਹੜੇ ਸਿੱਖ ਜਿਹੜੇ ਘੁੰਮ ਰਹੇ ਨੇ ਕੇਜਰੀਵਾਲ ਦੇ ਨਾਲ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਜੇ ਤੁਹਾਡੇ 'ਚ ਥੋੜਾ ਜਿਹਾ ਵੀ ਗੁਰਦਾ ਬਚਿਆ ਹੈ ਜਾਂ ਗੈਰਤ ਬਚੀ ਸਿੱਖਾਂ ਵਾਲੀ, ਸਾਡੀ ਮੀਟਿੰਗ ਕਰਾਓ। ਉਸ ਮੀਟਿੰਗ 'ਚ ਮਨਜੀਤ ਸਿੰਘ ਜੀਕੇ ਵੀ ਬੈਠਣਗੇ, ਅਸੀਂ ਵੀ ਬੈਠਾਂਗੇ, ਅਵਤਾਰ ਸਿੰਘ ਕਾਲਕਾ ਜੀ, ਇਕਬਾਲ ਸਿੰਘ ਜੀ ਬੈਠਣਗੇ। ਅਸੀਂ ਸਾਰੇ ਗੱਲ ਤੇ ਬਹਿਣ ਨੂੰ ਤਿਆਰ ਹਾਂ, ਅਸੀਂ ਟੇਬਲ ਟਾਕ ਕਰਨ ਨੂੰ ਤਿਆਰ ਹਾਂ, ਲੇਕਿਨ ਤੁਸੀਂ ਗੱਲ ਤੇ ਕਰੋ। ਤੁਸੀਂ ਆਪਣੇ ਵੱਲੋਂ ਹੈਂਡ ਅੱਗੇ ਨਹੀਂ ਕਰ ਰਹੇ ਹੋ, ਇਸ ਕਰਕੇ ਸਾਡਾ ਪ੍ਰੋਟੈਸਟ ਕਰਨਾ ਹਰ ਵਾਰ ਦਾ ਇੱਕ ਕੰਮ ਬਣ ਚੁੱਕਾ ਹੈ ਕਿ ਤੁਸੀਂ ਅੱਗੇ ਨਹੀਂ ਆ ਰਹੇ। ਅਸੀਂ ਕਿੰਨੀ ਵਾਰ ਤੁਹਾਡੇ ਅੱਗੇ ਆਈਏ, ਤੁਹਾਡੇ ਬੂਹੇ ਦੇ ਬਾਹਰ ਖੜੇ ਆ, ਤੁਸੀਂ ਘੱਟੋ ਘੱਟ ਇੰਨਾ ਹੀ ਪੁੱਛ ਲਓ ਤੁਸੀਂ ਆਏ ਕਿਉਂ। 29 ਸਤੰਬਰ ਨੂੰ 29 ਸਤੰਬਰ 2019 ਨੂੰ ਨਵ ਭਾਰਤ ਟਾਈਮਸ ਦੇ ਹੁਣੇ ਅਖਬਾਰ ਹੈਗੀ ਹੈ, ਇਕਬਾਲ ਸਿੰਘ ਜੀ ਇਹਨਾਂ ਕੋਲ ਹੈਗੀ ਹੈ, ਇਹਨਾਂ ਕੋਲ ਇਹਦੇ ਵਿੱਚ ਇਹ ਸਾਫ਼ ਲਿਖਿਆ ਹੋਇਆ ਹੈ, ਅਖਬਾਰ ਦੇ ਵਿੱਚ ਕਟਿੰਗ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਸੈਂਟਰ ਦੀ ਸਰਕਾਰ ਨੇ 29 ਸਤੰਬਰ 2019 ਨੂੰ ਹੀ ਕੇਜਰੀਵਾਲ ਨੂੰ ਇਹ ਨੋਟੀਫਿਕੇਸ਼ਨ ਭੇਜਤਾ ਸੀਗਾ ਕਿ ਵੀ ਭੁੱਲਰ ਸਾਹਿਬ ਦੀ ਰਿਹਾਈ ਕਰ ਦੇਣੀ ਚਾਹੀਦੀ ਹੈ। ਸਾਨੂੰ ਇਹਨਾਂ ਤੱਕ ਕੋਈ ਆਪੱਤੀ ਨਹੀਂ ਹੈ। ਆਪਾਂ ਇਹ ਸਮਝਣਾ ਚਾਹੁੰਦੇ ਹਾਂ ਕਿ ਸੈਂਟਰ ਦੀ ਸਰਕਾਰ ਜਿਹੜੀ ਪੂਰੀ ਇੰਡੀਆ ਆਪਰੇਟ ਕਰਦੀ ਪਈ ਹੈ, ਜਸ ਉਸ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਹੈ। ਉਹਨਾਂ ਨੂੰ ਨਹੀਂ ਲੱਗਦਾ ਕਿ ਦਵਿੰਦਰਪਾਲ ਸਿੰਘ ਭੁੱਲਰ ਅੱਤਵਾਦੀ ਨਹੀਂ ਹੈ, ਤੇ ਕੇਜਰੀਵਾਲ ਨੂੰ ਐਸੀ ਕਿਹੜੀ ਅੰਤਰਾਤਮਾ ਜਾਗ ਰਹੀ ਕਿ ਉਹਨੂੰ ਭੁੱਲਰ ਸਾਹਿਬ ਦੇ ਵਿੱਚ ਅੱਤਵਾਦੀ ਨਜ਼ਰ ਆ ਰਿਹਾ ਇਸ ਟਾਈਮ। ਇਹ ਕੁਝ ਗੱਲਾਂ ਦੇ ਸਵਾਲਾਂ ਦੇ ਜਵਾਬ ਦੇ ਦਿਓ, ਅਸੀਂ ਇਸ ਗੱਲ ਦਾ ਪ੍ਰੋਟੈਸਟ ਕਰਨਾ ਬੰਦ ਕਰ ਦਿਆਂਗੇ। ਸਾਡੀ ਰਿਕੁਐਸਟ ਸਾਰਿਆਂ ਨੂੰ ਇਹੀ ਹੈਗੀ ਹੈ ਕਿ ਜਿੰਨਾ ਇਕੱਠ ਅੱਜ ਆਇਆ ਸਾਰਿਆਂ ਦਾ ਧੰਨਵਾਦ ਹੈ। ਸਾਰੇ ਜਾਗਦੀ ਜ਼ਮੀਰ ਵਾਲੇ ਇੱਥੇ ਖੜੇ ਹਨ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੀ ਅੱਗੇ ਤੋਂ ਵੀ ਸਾਡਾ ਪ੍ਰੋਟੈਸਟ ਨਾਲ ਜਿਹੜਾ ਅਗਰ ਜੋ ਵੀ ਪ੍ਰੋਟੈਸਟ ਹੁੰਦਾ ਹੈ ਜਾਂ ਹੋਰ ਵੀ ਕਾਰਵਾਈ ਜੋ ਅਸੀਂ ਪਾਵਾਂਗੇ ਤੇ ਸਾਡਾ ਸਾਥ ਜ਼ਰੂਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਲਈ, ਪੰਜਾਬੀਅਤ ਲਈ।